ਕਹਿੰਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਦੋਸਤੋ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕਰ ਰਹੀ ਹਾਂ ਕੋਵਿਡ ਦੇ ਉੱਤੇ। ਬਹੁਤ ਵਾਰੀ ਗੱਲਬਾਤ ਕੀਤੀ, 1.5 ਸਾਲ ਹੋ ਗਿਆ ਸਾਨੂੰ ਗੱਲਬਾਤ ਕਰਦਿਆਂ ਨੂੰ। ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਨਿਊਜ਼ੀਲੈਂਡ ਦੇ ਵਿੱਚ ਇੱਕ ਕੋਵਿਡ ਦਾ ਕੇਸ ਆਇਆ ਤੇ ਇੱਕ ਕੇਸ ਦੇ ਨਾਲ ਹੀ ਉਹਨਾਂ ਨੇ ਲੋਕਡਾਊਨ ਲਾ ਦਿੱਤਾ। ਹੁਣ ਇੱਥੇ ਤਾਂ ਹਜ਼ਾਰ ਜਿਹੜੇ ਸੈਂਕੜੇ ਕੇਸ ਆਉਂਦੇ ਨੇ, ਅਮਰੀਕਾ ਦੇ ਵਿੱਚ 1.5 ਲੱਖ ਕੇਸ ਰੋਜ਼ ਆ ਰਿਹਾ, ਇੰਡੀਆ ਦੇ ਵਿੱਚ ਹਜ਼ਾਰਾਂ ਕੇਸ ਆ ਰਹੇ ਆ। ਇਹ ਫਿਰ ਲੋਕਡਾਊਨ ਕਦੋਂ ਖੁੱਲੂਗਾ? ਜੇ ਸਾਡੇ ਉਸ ਕਿਸਮ ਦਾ ਲੋਕਡਾਊਨ ਨਹੀਂ ਆ, ਡਾਇਰੈਕਟ ਫਲਾਈਟਸ ਬੰਦ ਨੇ ਇੰਡੀਆ ਤੋਂ ਬਾਕੀ ਥਾਵਾਂ ਦੇ ਉੱਤੋਂ। ਕੋਵਿਡ ਦੇ ਪੇਸ਼ੈਂਟ ਕਹਿੰਦੇ ਦੂਜੀਆਂ ਇੰਡਾਇਰੈਕਟ ਫਲਾਈਟਸ ਵੀ ਆਈ ਜਾਂਦੇ ਆ। ਬੰਦਾ 10 ਦਿਨ ਕਿਤੇ ਦੋਹਾ ਕਤਰ ਸਟੇ ਕਰਕੇ ਤਾਂ ਇੱਥੇ ਆ ਸਕਦਾ, ਡਾਇਰੈਕਟ ਫਲਾਈਟਸ ਨਹੀਂ ਆ ਸਕਦਾ। ਇਹ ਸਾਰਾ ਰੌਲਾ ਰੱਪਾ ਅਲਟੀਮੇਟਲੀ ਮੁੱਕੂਗਾ ਕਦੋਂ? ਜੇ ਹੁਣ ਵੈਕਸੀਨ ਲੱਗ ਗਈ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 82-83% ਲੋਕਾਂ ਨੂੰ ਇਹ ਤੋਂ ਜ਼ਿਆਦਾ ਵੈਕਸੀਨ ਦੀ 1 ਡੋਜ਼ ਲੱਗ ਚੁੱਕੀ ਆ, ਤਾਂ ਇਹ ਸਾਰਾ ਕੁਝ ਨੋਰਮਲ ਕਦੋਂ ਹੋਊਗਾ? ਦੂਜਾ, ਹੁਣ ਅਮਰੀਕਾ ਦੇ ਵਿੱਚ ਉਹਨਾਂ ਨੇ ਅਨਾਊਂਸ ਕਰਤਾ ਵੀ 20 ਸਤੰਬਰ ਤੋਂ ਬੂਸਟਰ ਡੋਜ਼ ਆ ਜਾਣੀ ਹੈ, ਉਹ ਵੀ ਲੱਗਣੀ ਹੈ। ਕੀ ਫਿਰ ਇੱਥੇ ਲੱਗੂਗੀ? ਇਹ ਸਾਰਾ ਕੁਝ ਇੱਦਾਂ ਹੀ ਬੰਦ ਰਹੂਗਾ ਜਾਂ ਕਦੋਂ ਸਾਰਾ ਕੁਝ ਇਹ ਖੁੱਲ੍ਹਣ ਦੀ ਆਸ ਆ? ਸਾਡੀ ਇਸ ਵੇਲੇ ਸਥਿਤੀ ਕੀ ਆ, ਉਹਦੇ ਤੇ ਅਪਡੇਟ ਅੱਜ ਆਪਾਂ ਡਾਕਟਰ ਸਾਹਿਬ ਤੋਂ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। बहुत बहुत धन्यवाद डॉक्टर साहब ते सारे देखने वालों प्यार भरी सत श्री अकाल, नमस्ते, अस्सलाम वालेकुम, वाहिगुरू जी का खालसा, वाहिगुरू जी की फतेह। ਡਾਕਟਰ ਸਾਹਿਬ, ਨਿਊਜ਼ੀਲੈਂਡ ਦੇ ਵਿੱਚ ਇੱਕ ਕੇਸ ਨਾਲ ਉਹਨੇ ਲੋਕਡਾਊਨ ਲਾ ਦਿੱਤਾ, ਜੇ ਇੱਥੇ ਸਾਡੇ ਸਾਲ ਬਾਅਦ ਇੱਕ ਕੇਸ ਆ ਗਿਆ ਫਿਰ ਲੋਕਡਾਊਨ ਲਾ ਦੇਣਗੇ ਜੀ? नहीं ਅਸੀਂ ਡਿਫਰੈਂਟ ਫਿਲਾਸਫੀ ਤੇ ਚੱਲਦੇ ਆ। ਦੇਖੋ, ਫਲੂ ਵੀ ਰਹਿੰਦਾ ਹੀ ਆ, ਹਰ ਸਾਲ ਆਉਂਦਾ, ਔਰ ਇਹ ਵੀ ਇੱਕ ਵਾਇਰਸ ਆ ਜਿਹੜਾ ਉਹਦੇ ਨਾਲ ਮਿਲਦਾ ਜੁਲਦਾ, ਮੇਨਲੀ ਸਾਡੇ ਲੰਗਸ ਦੇ ਉੱਤੇ ਹੀ ਹਾਵੀ ਹੁੰਦਾ। ਔਰ ਇੱਕ ਕੇਸ ਦੇ ਉੱਤੇ ਲੋਕਡਾਊਨ ਲਾਉਣਾ ਮੇਰੇ ਖਿਆਲ ਨਾਲ ਮੈਡੀਕਲੀ ਵੀ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਐਕਸਟਰਾਆਰਡੀਨਰੀ ਸਟੈਪ ਲੈ ਦਿੱਤਾ ਹੈ ਨਾ। ਉਸ ਇਨਸਾਨ, ਠੀਕ ਹੈ, ਉਹਦੀ ਟਰੈਵਲਿੰਗ ਹਿਸਟਰੀ ਹੈਗੀ ਹੈ, ਜਿਸ ਇਨਸਾਨ ਨੂੰ ਪੋਜ਼ੀਟਿਵ ਆਇਆ, ਔਰ ਉਹ ਸੋਚ ਰਿਹਾ ਵੀ ਸ਼ਾਇਦ ਡੈਲਟਾ ਵੇਰੀਐਂਟ ਹੀ ਹੋਵੇ ਜਿਹੜਾ ਪੂਰੇ ਨਾਰਥ ਅਮਰੀਕਾ ਜਾਂ ਬਹੁਤ ਕੰਟਰੀਆਂ ਦੇ ਵਿੱਚ ਫੈਲਿਆ, ਜਿਹੜਾ ਹਿੰਦੁਸਤਾਨ ਤੋਂ ਤੁਰਿਆ ਸੀ ਨਵੰਬਰ-ਦਸੰਬਰ ਪਿਛਲੇ ਸਾਲ, ਜਿਹਨੂੰ ਆਪਾਂ ਇੰਡੀਆ ਦਾ ਰੂਪਾਂਤਰ ਵੀ ਕਹਿ ਸਕਦੇ ਹਾਂ। ਲੇਕਿਨ ਉਹ ਇਨਸਾਨ ਨੂੰ ਆਈਸੋਲੇਸ਼ਨ ਕਰਕੇ ਵਧੀਆ ਤਰੀਕੇ ਦੇ ਨਾਲ ਰੋਕ ਸਕਦੇ ਸੀ। ਲੇਕਿਨ ਜਸਿੰਡਾ ਆਰਨਸ ਜਿਹੜੀ ਹੈਗੀ ਉਹਨਾਂ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਐਕਸਟਰਾਆਰਡੀਨਰੀ ਸਟੈਪ ਲਿੱਤਾ। ਉਹਦੇ ਇੱਕ ਮੇਨ ਰੀਜ਼ਨ ਉਹਨਾਂ ਦਾ ਇੱਕ ਡਰ ਵੀ ਹੈਗਾ, ਕਿਉਂਕਿ 10% ਲੋਕਾਂ ਨੂੰ ਉੱਥੇ ਟੀਕੇ ਲੱਗੇ ਹੋਏ ਆ ਕੋਵਿਡ ਦੇ। ਅਜੇ ਇਮੂਨਾਈਜੇਸ਼ਨ ਦਾ ਉਹਨਾਂ ਦਾ ਪ੍ਰੋਟੋਕੋਲ ਇੰਨਾ ਵਧੀਆ ਨਹੀਂ ਹੈ। ਦੇਖੋ, ਤੁਸੀਂ ਵੀ ਜ਼ਿਕਰ ਕੀਤਾ 83% BC ਦੇ ਪਹਿਲਾ ਡੋਜ਼ ਲੱਗਿਆ, ਅਰਾਊਂਡ ਮਿਡ 70 ਦੇ ਲੱਗੇ ਚੱਗੇ ਅਸੀਂ ਸੈਕਿੰਡ ਡੋਜ਼ ਤੇ ਮੇਬੀ ਆ ਮਹੀਨੇ ਦੇ ਅਖੀਰ 'ਚ ਜਾਂ ਫਸਟ ਵੀਕ ਸਪਟੈਂਬਰ ਜਦੋਂ ਕਾਲਜ ਯੂਨੀਵਰਸਿਟੀ ਖੁੱਲ੍ਹਣੀਆਂ, ਲਗਭਗ ਸਾਰਿਆਂ ਨੂੰ 2 ਡੋਜ਼ ਲੱਗੇ ਹੋਣਗੇ। ਜਦੋਂ 2 ਡੋਜ਼ ਲੱਗ ਜਾਂਦੇ, ਜਿਹੜਾ ਵੀ ਟੀਕਾ ਲੱਗਾ ਹੋਇਆ, ਮਿਕਸ ਐਂਡ ਮੈਚ ਆ ਜਾਂ ਸੇਮ ਬ੍ਰਾਂਡ ਆ ਜਾਂ ਫਾਈਜ਼ਰ ਜਾਂ ਫਾਈਜ਼ਰ ਮੋਡਰਨਾ ਜਾਂ ਐਸਟਰਾਜ਼ੈਨੇਕਾ ਮੋਡਰਨਾ, ਫਿਰ ਵੀ ਤੁਹਾਡੇ ਕੋਲ 95% ਦੀ ਪ੍ਰੋਟੈਕਸ਼ਨ ਰਹਿੰਦੀ ਹੈ ਤੁਹਾਡੇ ਸਰੀਰ 'ਚ ਐਂਟੀਬਾਡੀ। ਲੇਕਿਨ ਲਵਸ ਹੈ 95, 100 ਨਹੀਂ ਜੋ। ਇਸ ਲਈ ਜਿਹੜਾ ਅਮਰੀਕਾ 'ਚ ਸਥਿਤੀ ਆਊਟ ਆਫ ਕੰਟਰੋਲ ਜਾ ਰਹੀ ਹੈ, ਜਿੱਦਾਂ 1.5 ਲੱਖ ਕੇਸਿਸ ਮਾਮਲੇ ਆ ਰਹੇ ਆ, 300 ਤੋਂ ਮੌਤਾਂ ਹੋ ਰਹੀਆਂ ਪੂਰੇ ਅਮਰੀਕਾ 'ਚ। ਉੱਥੇ ਉਹ ਦੇਖ ਰਿਹਾ ਜਿਹੜਾ ਡੈਲਟਾ ਵੇਰੀਐਂਟ ਆ ਉਹ ਹਾਹਾਕਾਰ ਜ਼ਿਆਦਾ ਮਚਾ ਰਿਹਾ। ਇਸ ਲਈ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਵਿਅਕਤੀ ਆ ਜਿਹਨੂੰ 8 ਮਹੀਨੇ ਹੋ ਗਏ ਆ 2 ਟੀਕੇ ਲੱਗਿਆ ਨੂੰ, ਅਕਤੂਬਰ 20 ਤੋਂ ਉਹਨੂੰ ਬੂਸਟਰ ਡੋਜ਼ ਦਿੱਤਾ ਜਾਊਗਾ। ਉੱਥੇ ਵੀ ਜਿੱਦਾਂ ਫ੍ਰੀ ਦਿੱਤਾ ਜਾਂਦਾ, ਕੈਨੇਡਾ 'ਚ ਵੀ ਫ੍ਰੀ ਦਿੱਤਾ ਜਾਂਦਾ, ਕੁਛ ਕੰਟਰੀਆਂ 'ਚ ਤੁਹਾਨੂੰ ਪੇ ਵੀ ਕਰਨਾ ਪੈਂਦਾ। ਇਜ਼ਰਾਈਲ ਨੇ ਸਭ ਤੋਂ ਪਹਿਲਾਂ ਇਮੂਨਾਈਜੇਸ਼ਨ ਦਾ ਆਪਣਾ ਮੁਕੱਦਮਾ ਜਿਹੜਾ ਹੈਗਾ ਮੁਕਾਮ ਮੀਟ ਕਰ ਲਿਆ ਸੀ। ਫਿਰ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਨੰਬਰ ਥੋੜ੍ਹੇ ਵੱਧ ਰਹੇ ਆ, ਥੋੜ੍ਹੇ ਹਸਪੀਟਲਾਈਜੇਸ਼ਨ ਵੱਧ ਰਹੇ ਆ, ਤੇ ਜਿਹੜਾ ਡੈਲਟਾ ਵੇਰੀਐਂਟ ਆ ਇਹੀ ਸੀ। ਉਹਨਾਂ ਨੇ ਇਹ ਵੀ ਦੇਖਿਆ ਵੀ ਜ਼ਿਆਦਾ ਕਰਕੇ ਜਿਹੜੇ 60 ਸਾਲ ਤੋਂ ਉੱਤਲੇ ਉਮਰ ਦੇ ਆ ਉਹ ਜ਼ਿਆਦਾ ਜਾ ਰਹੇ ਸੀ। ਅਗਰ ਉਸ ਤੋਂ ਥੱਲੇ ਹੋ ਵੀ ਜਾਂਦਾ ਸੀ ਤੇ ਉਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪੈਂਦੀ ਸੀ। ਸੋ ਉਹਨਾਂ ਨੇ ਵੀ 60 ਸਾਲ ਦੀ ਵਧੇਰੀ ਉਮਰ ਦੇ ਬੂਸਟਰ ਡੋਜ਼ ਲਾਉਣਾ ਸ਼ੁਰੂ ਕੀਤਾ। ਸਪੇਨ ਆ ਗਈ, ਜਰਮਨੀ ਆ ਗਈ, ਹੁਣ ਅਮਰੀਕਾ ਨੇ ਵੀ ਐਲਾਨ ਕਰਤਾ 20 ਸਪਟੈਂਬਰ, ਜਿਸ ਦਿਨ ਸਾਡੇ ਨਵੀਂ ਗਵਰਨਮੈਂਟ ਸਰਕਾਰ ਚੁਣੀ ਜਾਣੀ ਆ ਕੈਨੇਡਾ 'ਚ, ਉਸ ਦਿਨ ਉੱਥੇ ਬੂਸਟਰ। ਔਰ ਮੈਨੂੰ ਲੱਗਦਾ ਹੌਲੀ ਹੌਲੀ ਜਿਹੜੀ ਸਾਡੀ ਨੈਸ਼ਨਲ ਐਡਵਾਈਜ਼ਰ ਕਮੇਟੀ ਔਨ ਇਮੂਨਾਈਜੇਸ਼ਨ ਹੈ, ਉਹਨਾਂ ਨੇ ਵੀ ਅਗਾਂਹ ਚੱਲ ਕੇ ਇਹਦੇ ਉੱਤੇ ਪ੍ਰਤੀਕਰਮ ਦੇਣਾ। ਅਸੀਂ ਅਮਰੀਕਾ ਤੋਂ ਕੁਛ ਮਹੀਨੇ ਬਾਅਦ ਸਾਡਾ ਪ੍ਰੋਸੈਸ ਸ਼ੁਰੂ ਹੋਇਆ। ਸੋ ਸਾਨੂੰ ਅਜੇ ਸਾਡੀ ਜਿਹੜੀ ਬੋਡੀ ਦੱਸ ਰਹੀ ਆ, ਜਿਹੜੀ ਨਾਸੀਬੀ ਐਂਟੀਬਾਡੀ ਲੈਵਲ ਸਥਿਰ ਹੈਗੇ ਆ, ਕੁਛ 9 ਮਹੀਨੇ ਬਾਅਦ ਡ੍ਰੌਪ ਹੋਣੇ ਸ਼ੁਰੂ ਹੁੰਦੇ ਆ। ਤਾਂ ਫਾਈਜ਼ਰ ਨੇ ਪਹਿਲੋਂ ਵੀ ਕਿਹਾ ਸੀ ਜਦੋਂ ਉਹਨਾਂ ਨੇ ਰਿਸਰਚ ਕੀਤੀ ਸੀ। ਔਰ ਜਦੋਂ ਬੂਸਟਰ ਲੱਗਦਾ ਫਿਰ ਸਾਡੀ ਐਂਟੀਬਾਡੀ ਲੈਵਲ ਕੁਝ 10 ਗੁਣਾ ਜ਼ਿਆਦਾ ਹੋਰ ਵੱਧ ਜਾਂਦੀ ਹੈ। ਇਸ ਵੇਲੇ ਅਗਰ BC ਦੇ ਵਿੱਚ ਨੰਬਰ ਵੱਧ ਰਹੇ ਆ, ਜੋ ਵੀ ਆਪਾਂ ਨਿਰੰਤਰ ਦੇਖ ਰਹੇ ਹਾਂ, ਉੱਪਰ ਜਾ ਰਿਹਾ ਸੀ, ਚੌਥੀ ਵੇਵ ਜਾਂ ਛਾਲਤੇ ਹੈਗੇ ਆ, ਉਹ ਜ਼ਿਆਦਾ ਡੈਲਟਾ ਵੇਰੀਐਂਟ ਹੀ ਆ। ਹੋਰ ਗੁੱਡ ਨਿਊਜ਼ ਇਹ ਆ ਵੀ ਉਹਦੇ ਵਿੱਚੋਂ ਕਰੀਬਨ 96% ਵਿਅਕਤੀ ਉਹ ਆ ਜਿਹੜੇ ਹਸਪਤਾਲ ਜਿਨ੍ਹਾਂ ਨੂੰ ਟੀਕੇ ਨਹੀਂ ਲੱਗੇ। ਸੋ ਅਸੀਂ ਕਹਿੰਦੇ 83% ਨੂੰ ਪਹਿਲਾ ਡੋਜ਼ ਲੱਗਾ, ਮਿਡ 70 ਸੈਕਿੰਡ ਡੋਜ਼। ਸੋ ਬਾਕੀ ਜਿਹੜੇ ਕੁਛ ਪਰਸੈਂਟੇਜ ਲੋਕੀ ਉਹ ਆ ਜਿਨ੍ਹਾਂ ਨੂੰ 1 ਡੋਜ਼ ਲੱਗਾ, ਦੂਜਾ ਡੋਜ਼ ਨਹੀਂ ਲੱਗਾ।
ਕੁਛ ਇੱਕ ਵਿਅਕਤੀ ਆ ਜਿਨ੍ਹਾਂ ਨੂੰ ਦੋਵੇਂ ਡੋਜ਼ ਲੱਗੇ ਲੇਕਿਨ ਉਹਨਾਂ ਦੀ ਹੈਲਥ ਇਸ਼ੂਜ਼ ਆ, ਉਹਨਾਂ ਦਾ ਏਜ ਇਸ਼ੂ ਆ, ਉਹਨਾਂ ਦਾ ਇਮਿਊਨ ਸਿਸਟਮ ਦਾ ਇਸ਼ੂ ਆ, ਇਸ ਲਈ ਉਹ ਹਸਪੀਟਲ 'ਚ। ਵੈਕਸੀਨੇਸ਼ਨ ਦੇ ਨਾਲ ਸਾਰੇ ਰੂਪਾਂਤਰ ਜਿਹੜੇ ਹੈਗੇ ਆ ਉਹ ਕੈਪਚਰ ਤਾਂ ਹੁੰਦੇ ਆ, ਲੇਕਿਨ ਕੋਈ ਵੀ ਵੈਕਸੀਨ 100% ਕਾਰਗਰ ਨਹੀਂ ਜੋ। ਸੋ ਮਾਈਲਡ ਇਨਫੈਕਸ਼ਨ ਹੋ ਸਕਦਾ, ਇਹ ਸਿੰਪਟੋਮੈਟਿਕ ਵੀ ਹੋ ਸਕਦਾ ਵੀ ਮੈਨੂੰ ਕੋਵਿਡ ਹੋਇਆ, ਵੀ ਮੈਨੂੰ ਕੋਈ ਲੱਛਣ ਨਹੀਂ ਲੇਕਿਨ ਮੈਂ ਵਾਇਰਸ ਕੈਰੀ ਕਰਕੇ ਸਪਰੈਡ ਵੀ ਕਰ ਸਕਦਾ। ਇਸ ਲਈ ਸ਼ਾਇਦ ਜਸਿੰਡਾ ਆਰਨਜ਼ ਨੇ ਐਕਸਟਰਾ ਸਟੈਪ ਲਿਆ ਕਿਉਂਕਿ ਉਹ ਕੰਟਰੀ 'ਚ ਇਮਿਊਨਾਈਜੇਸ਼ਨ ਸਿਰਫ 10% ਦੀ ਹੋਈ ਆ, ਉਹਨਾਂ ਦੀ ਸਮੱਸਿਆ ਅਲੱਗ ਆ, ਸਾਡੀ ਅਲੱਗ ਆ, ਨਾਲੇ ਉਹ ਸਿਆਲ ਤੋਂ ਲੰਘ ਰਹੇ ਆ। ਸਿਆਲ 'ਚ ਵਾਇਰਸ ਕੋਈ ਵੀ ਜਿਹੜਾ ਲੰਗਸ ਦਾ ਵਾਇਰਸ ਹੋਏ, ਭਾਵੇਂ ਉਹ ਇਨਫਲੂਐਂਜ਼ਾ ਹੋਏ, RSV ਹੋਵੇ, ਪੈਰਾ ਇਨਫਲੂਐਂਜ਼ਾ ਹੋਏ, ਆਰਥੋਮਿਕਸੋ ਹੋਏ, ਐਡੀਨੋ ਵਾਇਰਸ ਹੋਏ ਜਾਂ ਫਿਰ ਕੋਵਿਡ ਦਾ ਵਾਇਰਸ ਹੋ, ਜ਼ਿਆਦਾ ਸਪਰੈਡ ਹੁੰਦਾ। ਡਾਕਟਰ ਸਾਹਿਬ ਇੱਥੇ ਚਲੋ ਲੋਕਡਾਊਨ ਆਪਣੇ ਖੁੱਲ੍ਹਾ ਆ, ਕਾਫੀ ਜਿਹੜੀਆਂ ਖੁੱਲ੍ਹਾਂ ਮਿਲ ਚੁੱਕੀਆਂ ਆ। ਜੇ ਹੁਣ ਮੰਨ ਲਓ ਇੰਡੀਆ ਦੇ ਵਿੱਚ ਹੈਗੇ ਆ ਡਾਇਰੈਕਟ ਫਲਾਈਟਸ ਬੰਦ ਆ ਸਾਡੀਆਂ ਅਪ੍ਰੈਲ ਤੋਂ ਲੈ ਕੇ ਲਗਾਤਾਰ ਹੁਣ ਸਤੰਬਰ ਤੱਕ, ਪਤਾ ਨਹੀਂ ਅੱਗੇ ਵੀ ਇਹਦਾ ਕੀ ਬਣਨਾ ਆ। ਇਹ ਸਾਰਾ ਕੁਝ ਨਾਰਮਲ ਕਦੋਂ ਹੋਊਗਾ ਜੀ? ਹੁਣ ਫਲਾਈਟਸ ਵਗੈਰਾ ਆਉਣੀਆਂ ਜਾਣੀਆਂ ਇੱਕ ਦੂਜੇ ਨੂੰ, ਸਾਰਾ ਕੁਝ ਸਮੂਥ ਕਦੋਂ ਹੋਊਗਾ? ਦੇਖੋ ਜਿਹੜਾ ਡੈਲਟਾ ਵੇਰੀਐਂਟ ਉਹ ਹਿੰਦੁਸਤਾਨ ਤੋਂ ਆਇਆ ਇੱਥੇ ਨਾ। ਅੱਛਾ ਜੀ। ਬਾਕੀ ਸਾਰੀ ਕੰਟਰੀਆਂ 'ਚ ਵੀ ਉਹ ਹਿੰਦੁਸਤਾਨ ਤੋਂ ਸਪਰੈਡ ਕਿੱਦਾਂ ਹੋਇਆ? ਫਲਾਈਟ ਕਰਕੇ। ਸੋ ਇਸ ਲਈ ਸਾਡੀ ਕੰਟਰੀ ਨੇ ਐਕਸਟਰਾ ਆਰਡੀਨਰੀ ਸਟੈਪ ਲਿੱਤਾ ਔਰ ਮੈਨੂੰ ਲੱਗਦਾ ਜਦ ਤੱਕ ਉੱਥੇ ਸਥਿਤੀ ਕੰਟਰੋਲ 'ਚ ਨਹੀਂ ਆਉਂਦੀ ਫਲਾਈਟਾਂ ਨਹੀਂ ਖੁੱਲਣੀਆਂ, ਡਾਇਰੈਕਟ ਫਲਾਈਟਾਂ। ਉੱਥੇ ਸਥਿਤੀ ਕਿੱਦਾਂ ਹੈ ਜੀ ਇਸ ਵੇਲੇ? ਇਸ ਵੇਲੇ ਬੰਬੇ ਦੇ ਵਿੱਚ, ਮਹਾਰਾਸ਼ਟਰ 'ਚ ਮਾੜਾ ਹਾਲ ਜੋ ਥਰਡ ਵੇਵ ਉਹ ਡੀਲ ਕਰ ਰਹੇ ਆ, ਹਸਪੀਟਲਾਈਜੇਸ਼ਨ ਵੱਧ ਰਹੇ ਆ, ਡੈਥ ਵੱਧ ਰਹੀਆਂ। ਫਿਰ ਠੀਕ ਹੈ ਜਿਹੜਾ ਉਹਨਾਂ ਦਾ ਸੈਕਿੰਡ ਵੇਵ ਅਸੀਂ ਜਿਹੜਾ ਕੁਛ ਮਹੀਨੇ ਪਹਿਲਾਂ ਦੇਖਿਆ ਸੀ, ਜਿਹੜੀਆਂ ਸਟਰੀਟ ਦੇ ਉੱਤੇ ਮੌਤਾਂ ਹੋਈਆਂ, ਲਾਸ਼ਾਂ, ਉਹ ਨਹੀਂ ਆ, ਲੇਕਿਨ ਅਜੇ ਵੀ ਆਊਟ ਆਫ ਕੰਟਰੋਲ। ਨਾਲੇ ਵੈਕਸੀਨੇਸ਼ਨ ਉੱਥੇ ਇੰਨੀ ਜ਼ਿਆਦਾ ਨਹੀਂ ਜ਼ੋਰ ਪਕੜ ਰਹੀ ਜਿੰਨਾ ਅਸੀਂ ਸਾਡੀ ਕੰਟਰੀ ਛੋਟੀ ਹੈ 38 ਮਿਲੀਅਨ, ਉਹ 1.3 ਬਿਲੀਅਨ ਦੀ ਕੰਟਰੀ ਹੈ ਨਾ। ਦੂਜੀ ਗੱਲ ਹੈਗੀ ਆ ਵੀ ਉੱਥੇ ਕਾਊਂਟਰਫੀਟ ਜਿਹੜਾ ਕੋਵਿਸ਼ੀਲਡ ਵੈਕਸੀਨ ਤੁਰੀ ਫਿਰਦੀ, ਕਾਊਂਟਰਫੀਟ ਨੇ ਨਕਲੀ, ਕਿਸੇ ਨੇ ਮਾਰਕੀਟ 'ਚ ਸੇਮ ਉਹੀ ਮਤਲਬ ਵਾਇਲ ਉਹੀ ਸਟਿੱਕਰ ਲਾ ਕੇ ਵੇਚਣੀ ਸ਼ੁਰੂ ਕਰ ਦਿੱਤੀ ਹੋਈ ਹੈ, ਲੇਕਿਨ ਸਮਾਨ ਅੰਦਰ ਵਸਤੂ ਉਹ ਨਹੀਂ ਹੈਗਾ। ਸੋ ਇਸ ਲਈ ਉਹ ਤੁਹਾਨੂੰ ਪਤਾ ਕਈ ਕੰਟਰੀਆਂ 'ਚ ਜਾਲਾ ਸਮਾਨ ਵੀ ਵਿਕਦਾ, ਦਵਾਈਆਂ ਵੀ ਜਾਲੀਆਂ ਵਿਕਦੀਆਂ, ਜਾਲੀ। ਕੱਲ੍ਹ WHO ਨੂੰ ਸਟੇਟਮੈਂਟ ਦੇਣਾ ਪਿਆ, ਸੌਮਿਆ ਸਵਾਮੀਨਾਥਨ ਨੂੰ, ਜਿਹੜੀ ਸੈਕਿੰਡ ਇਨਚਾਰਜ ਹੈਗੀ ਆ, ਵੀ ਹਿੰਦੁਸਤਾਨ ਦੇ ਵਿੱਚ ਕਾਊਂਟਰਫੀਟ ਕੋਵਿਸ਼ੀਲਡ ਹੈਗੀ ਆ। ਸੋ ਤੁਹਾਨੂੰ ਰਿਲਾਇਬਲ ਸੋਰਸ ਜਾਂ ਗਵਰਨਮੈਂਟ ਕੋਈ ਫੈਸਿਲਿਟੀ ਤੋਂ ਹੀ ਲੋਣੀ ਚਾਹੀਦੀ ਹੈ, ਬਾਹਰ ਨਹੀਂ ਮਤਲਬ ਹੋਣੀ ਚਾਹੀਦੀ। ਕਈ ਵਾਰ ਜਿਹੜੇ ਫਾਰਮਾਸਿਸਟ ਵੇਚਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਕਿੱਦਾਂ ਜਾਲੀ ਨੋਟ ਨਹੀਂ ਕਈ ਵਾਰ ਇੱਥੇ ਹੁੰਦੇ, ਉਹ ਫਿਰ ਬੈਂਕ 'ਚ ਜਾ ਕੇ ਪਤਾ ਲੱਗਦਾ ਅਸਲੀ ਕਿਹੜਾ ਨਕਲੀ ਕਿਹੜਾ। ਤੇ ਡਾਕਟਰ ਸਾਹਿਬ ਇੱਕ ਹੋਰ ਗੱਲ ਕਿ ਹੁਣ ਜਦੋਂ ਖੁੱਲ੍ਹਾਂ ਮਿਲਣੀਆਂ ਸ਼ੁਰੂ ਹੋਈਆਂ, ਅਸੀਂ ਗੱਲ ਕਰਦੇ ਹਾਂ ਵੀ ਅੰਤਰਰਾਸ਼ਟਰੀ ਫਲਾਈਟਸ ਜਿਹੜੀਆਂ ਇਹ ਡਾਇਰੈਕਟ ਕਦੋਂ ਸ਼ੁਰੂ ਹੋਣੀਆਂ। ਇੱਥੇ ਵੀ ਕੁਝ ਸੂਬਿਆਂ ਨੇ ਖੁੱਲ੍ਹਾਂ ਦਿੱਤੀਆਂ ਸੀ, ਅਸੀਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ, ਅਲਬਰਟਾ ਨੇ ਕਿਹਾ ਸੀ ਵੀ ਹੁਣ ਅਸੀਂ ਸਾਰਾ ਕੁਝ ਖੋਲ੍ਹ ਦਿੱਤਾ। ਇੱਕ ਉਹਨਾਂ ਦੀ ਉਹਦੇ ਤੋਂ ਬਾਅਦ 'ਚ ਖਬਰ ਆਉਂਦੀ ਹੈ ਕਿ ਇੱਕ ਹੋਰ ਬਿਮਾਰੀ ਉੱਥੇ ਜਿਹੜੀ ਸੈਕਸ਼ੂਅਲੀ ਟਰਾਂਸਮਿਟਡ ਸੀਗੀ, ਮੈਂ ਨਾਂ ਭੁੱਲ ਰਿਹਾ, ਸਿਫਿਲਿਸ, ਵੀ ਉਹ ਵੱਧ ਗਈ। ਵੀ ਜੇ ਅਸੀਂ ਕੋਵਿਡ ਵੱਲ ਹੀ ਧਿਆਨ ਦੇਈ ਜਾਵਾਂਗੇ, ਜਿਹੜੇ ਉਹਨਾਂ ਦੇ ਚੀਫ ਮੈਡੀਕਲ ਆਫੀਸਰ ਆ ਡਾਕਟਰ ਡੀਨਾ ਹਿੰਸਾ, ਵੀ ਉਹ ਦੂਜੀਆਂ ਬਿਮਾਰੀਆਂ ਵੱਲ ਸਾਡਾ ਧਿਆਨ ਚਲੇ ਜਾਊਗਾ, ਇਸ ਕਰਕੇ ਬਿਮਾਰੀ 'ਚ ਪਿਛਲੇ 17 ਸਾਲਾਂ ਦਾ ਰਿਕਾਰਡ ਨੰਬਰ ਜਿਹੜਾ ਪੈਦਾ ਹੋ ਗਿਆ। ਇੱਥੇ ਵੀ ਨਾ ਜਿਹੜੇ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼, ਸੈਕਸ਼ੂਅਲੀ ਟਰਾਂਸਮਿਟਡ ਹੁੰਦੀ ਹੈ ਲਿੰਗਿਕ ਸੰਭੋਗ ਦੇ ਨਾਲ, ਉਹਦੇ ਵਿੱਚ ਸਿਫਿਲਿਸ ਬੜੀ ਪੁਰਾਣੀ ਬਿਮਾਰੀ ਹੈਗੀ ਆ। ਅੱਛਾ ਜੀ। ਇਹਦੇ ਵਿੱਚ ਜ਼ਖਮ ਹੁੰਦਾ ਲੇਕਿਨ ਪੇਨਲੈਸ ਹੁੰਦਾ, ਇਸ ਲਈ ਇਨਸਾਨ ਉਹਦੇ ਲਈ ਟ੍ਰੀਟਮੈਂਟ ਲੈਣ ਨਹੀਂ ਜਾਂਦਾ ਹੈ ਨਾ। ਤੇ ਫਿਰ ਬਾਅਦ 'ਚੋਂ ਪਸ ਹੁੰਦਾ, ਉਹਦੇ ਵੱਖ-ਵੱਖ ਸਟੇਜਸ ਹੁੰਦੇ ਆ ਸਿਫਿਲਿਸ ਦੇ। ਸੈਕਿੰਡ ਬਿਮਾਰੀ ਜਿਹੜੀ ਹੈਗੀ ਗੋਨੋਰੀਆ, ਜਿਹਦੇ ਵਿੱਚ ਪਸ ਹੁੰਦਾ, ਪੀਕ ਜਿਹੜੀ ਹੈਗੀ ਆ ਉਹ ਹੁੰਦੀ ਹੈ। ਹੁਣ ਦੇਖੋ ਜਿਹੜੇ ਹਾਰਮੋਨਸ ਆ ਟੀਨੇਜ ਉਮਰ 'ਚ ਉਹ ਠਾਠਾ ਮਾਰਦੇ ਆ ਔਰ ਕਈ ਵਾਰ ਲੋਕੀ ਅਨਪ੍ਰੋਟੈਕਟਿਡ ਸੈਕਸ ਕਰ ਲੈਂਦੇ ਆ, ਤੇ ਉਹਦੇ ਵਿੱਚ ਟਰਾਂਸਮਿਟ ਹੁੰਦਾ, ਮਲਟੀਪਲ ਪਾਰਟਨਰਸ ਕਈ ਵਾਰ ਹੁੰਦੇ ਆ, ਬॉयਫ੍ਰੈਂਡ ਗਰਲਫ੍ਰੈਂਡ ਦੇ ਚੱਕਰ, ਤੁਹਾਨੂੰ ਪਤਾ ਨਾਰਥ ਅਮਰੀਕਾ ਦਾ ਜਿਹੜਾ ਕਲਚਰ ਹੈਗਾ। ਦੂਜਾ ਜਿਹੜੀ ਸਿਫਿਲਿਸ ਹੈਗੀ ਹੈ ਬੜੀ ਈਜ਼ਲੀ ਡਾਇਗਨੋਸ ਵੀ ਹੋ ਜਾਂਦੀ ਹੈ, ਬੜੀ ਈਜ਼ਲੀ ਟਰੀਟ ਵੀ ਹੋ ਜਾਂਦੀ, ਪੈਨਿਸਲਿਨ ਦੇ ਨਾਲ ਟਰੀਟ ਹੋ ਜਾਂਦੀ, ਬੜਾ ਸਿੰਪਲ ਜਿਹਾ ਟ੍ਰਿਪੋਨੀਮਾ ਪੈਲਿਡਮ ਕਰਕੇ। ਇਹ ਜਿੱਦਾਂ ਸੱਪ ਨਹੀਂ ਹੁੰਦਾ ਉਹਦੇ ਵਰਗਾ ਇੱਕ ਸਪਾਇਰੋਕੀਟ ਹੈਗਾ, ਮਾਈਕਰੋਸਕੋਪ ਥੱਲੇ ਦੇਖੀਏ ਤਾਂ ਪਤਾ ਲੱਗ ਜਾਂਦਾ ਬੜੀ ਛੇਤੀ। ਔਰ ਇੱਕ ਇੰਜੈਕਸ਼ਨ ਲੌਂਗ ਐਕਟਿੰਗ ਪੈਨਿਸਲਿਨ ਦੇ ਨਾਲ ਜਾਂ ਓਰਲ ਪੈਨਿਸਲਿਨ ਦੇ ਨਾਲ ਵੀ ਠੀਕ ਹੋ ਜਾਂਦਾ। ਗੋਨੋਰੀਆ ਵੀ ਬਹੁਤ ਛੇਤੀ ਠੀਕ ਹੋ ਜਾਂਦਾ। ਲੇਕਿਨ ਗੱਲ ਤੁਹਾਡੀ ਬਿਲਕੁਲ ਦਰੁਸਤ ਹੈਗੀ ਆ ਵੀ ਸਾਰਾ ਆਪਾਂ ਕੋਵਿਡ ਕਹੀ ਜਾਂਦੇ ਆ, ਲੇਕਿਨ ਦੇਖੋ ਹਾਰਟ ਅਟੈਕ ਵੀ ਹੋਣੇ ਆ, ਕੈਂਸਰ ਵੀ ਹੋਣੇ ਆ, ਇਹ ਬਿਮਾਰੀਆਂ ਵੀ ਹੋਣੀਆਂ, ਹੋਰ ਬਿਮਾਰੀਆਂ ਵੀ ਹੋਣੀਆਂ, ਤੇ ਸਾਰਿਆਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ। ਸਾਡੀ ਕੰਟਰੀ 'ਚ ਕੋਵਿਡ ਕੰਟਰੋਲ ਇੰਨਾ ਬੈਡ ਨਹੀਂ ਹੈਗਾ, ਮੈਂ ਮੰਨਦਾ ਕੇਸਿਸ ਹੈਗੇ ਆ, ਕੈਨੇਡਾ ਦੇ ਵਿੱਚ ਵੱਧ ਰਹੇ ਆ, ਹਰ ਸੂਬੇ 'ਤੇ ਵੱਧ ਰਹੇ ਆ, ਲੇਕਿਨ ਉਹਦੇ ਨਾਲ ਆਪਾਂ ਇਹ ਵੀ ਦੱਸ ਰਹੇ ਆ ਵੀ ਉਹ ਵਿਅਕਤੀਆਂ 'ਚ ਵੱਧ ਰਹੇ ਜਿਨ੍ਹਾਂ 'ਚ ਟੀਕਾ ਨਹੀਂ ਲੱਗਾ। ਹੁਣ ਇਹਦਾ ਦੂਜਾ ਐਂਗਲ ਦੇਖੋ ਵੀ ਜਿਹਨੂੰ ਟੀਕਾ ਨਹੀਂ ਲੱਗਾ
ਉਹ 'ਚ ਕੋਵਿਡ ਹੋ ਗਿਆ ਤੇ ਉਹ 'ਚ ਨੈਚੁਰਲ ਐਂਟੀਬਾਡੀ ਤਾਂ ਡਿਵੈਲਪ ਹੋ ਰਹੀ ਆ। ਜੀ। ਸੋ ਕਦੀ ਨਾ ਕਿਤੇ ਜਾ ਕੇ ਬ੍ਰੇਕਾਂ ਲੱਗਣੀਆਂ ਸ਼ੁਰੂ ਹੋਣਗੀਆਂ, ਜਾਂ ਤੇ ਤੁਹਾਡੇ ਟੀਕੇ ਦੇ ਨਾਲ ਐਂਟੀਬਾਡੀ ਬਣੂਗੀ, ਜਾਂ ਤੁਹਾਨੂੰ ਨੈਚੁਰਲ ਕੋਵਿਡ ਹੋ ਕੇ ਤੁਹਾਡੇ ਵਿੱਚ ਕੁਝ ਐਂਟੀਬਾਡੀ ਬਣੂਗੀ। ਸੋ ਇਸ ਲਈ ਹੌਲੀ ਹੌਲੀ ਇਹ ਜਿੱਦਾਂ ਨਹੀਂ ਅੱਗ ਜਿਹੜੀ ਸੁਲਗਦੀ ਆ ਆਪੇ ਹੀ ਕੁਆਇਟ ਹੋ ਜਾਂਦੀ ਆ, ਜਿੱਦਾਂ ਪਿੰਡਾਂ 'ਚ ਪਾਥੀਆਂ ਦੇ ਨਾਲ ਅੱਗ ਜੀ, ਲਾਉਂਦੇ ਜੀ, ਸੀ, ਜੀ। ਫਿਰ ਹੌਲੀ 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 ਦਿਨ ਇੱਕ ਦੋ ਦਿਨ ਬਾਅਦ ਆਪੇ ਧੂੰਆਂ ਨਿਕਲਣਾ ਬੰਦ ਹੋ ਕੇ ਉੱਦਾਂ ਇਹ ਸਿਚੁਏਸ਼ਨ ਡਾਈ ਡਾਊਨ ਹੋਣੀ ਆ। ਲੇਕਿਨ ਕਦੀ ਵੀ ਨਹੀਂ ਸਾਡਾ ਟਾਈਮ ਆਊਗਾ ਵੀ ਆਪਾਂ 1 ਕੇਸ ਤੇ ਜਾ ਕੇ ਲੋਕਡਾਊਨ ਲਾਵਾਂਗੇ, ਨਹੀਂ। ਹੁਣ ਵੀ ਸਾਡੇ 70-700 ਦੇ ਲਾਗੇ ਚਾਗੇ ਕੇਸਿਸ ਹੁੰਦੇ ਆ, ਤਾਂ ਵੀ ਅਸੀਂ ਜਿਹੜੀ ਜਨਜੀਵਨ ਅਸੀਂ ਰეკਮੈਂਡ ਜ਼ਰੂਰ ਕਰ ਰਹੇ ਆ, ਕਿਉਂਕਿ 12 ਸਾਲ ਤੋਂ ਥੱਲੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਟੀਕੇ ਨਹੀਂ ਲੱਗੇ, ਉਹਨਾਂ ਦੀ ਵਾਰੀ ਕਦੋਂ ਹੋਣੀ ਹੈ ਪਤਾ ਨਹੀਂ। ਅਮਰੀਕਾ 'ਚ ਇਸ ਵੇਲੇ ਕਰੀਬਨ 2000 ਬੱਚਾ ਦਾਖਲ ਆ ਵੱਖ-ਵੱਖ ਹਸਪੀਟਲ 'ਚ, ਅੱਛਾ ਜੀ। ਜਿਹੜੇ 12 ਸਾਲ ਤੋਂ ਥੱਲੇ ਜਿਨ੍ਹਾਂ ਨੂੰ ਡੈਲਟਾ ਵੇਰੀਐਂਟ ਹੋਇਆ। ਔਰ ਉਹ ਮਤਲਬ ਚਿੰਤਾਜਨਕ ਹੈਗੀ ਆ, ਕਿਉਂਕਿ ਹੁਣ ਕੁਝ ਹਫ਼ਤੇ 'ਚ ਸਕੂਲ ਵੀ ਖੁੱਲ੍ਹਣੇ ਆ। ਸੋ ਸਕੂਲ ਦੇ ਵਿੱਚ ਕੋਵਿਡ ਘੱਟ ਹੁੰਦਾ, ਕਿਉਂਕਿ ਟੀਚਰ ਦੇ ਕਹਿਣਾ ਬੱਚਾ ਮੰਨਦਾ। ਡਾਕਟਰ ਸਾਹਿਬ ਇਹੀ ਸੀ ਕਿ ਹੁਣ ਸਕੂਲ ਖੁੱਲ ਰਹੇ ਆ, ਮਾਪੇ ਚਿੰਤਤ ਨੇ। ਹਾਂ, ਬਟ ਸਕੂਲ ਪਹਿਲੇ ਵੀ ਫਸਟ ਸੈਕਿੰਡ ਥਰਡ ਵੇਵ 'ਚ ਵੀ ਅਸੀਂ ਦੇਖਿਆ ਸਕੂਲ ਦੇ ਵਿੱਚੋਂ ਕੇਸਿਸ ਉੱਕਾ ਪੁੱਕਾ ਹੁੰਦੇ ਆ, ਜ਼ਿਆਦਾ ਕਮਿਊਨਿਟੀ ਤੋਂ ਹੁੰਦੇ ਆ, ਘਰਾਂ 'ਚੋਂ ਹੁੰਦੇ ਆ, ਇੱਕ ਦੂਜੇ ਨਾਲ ਮੇਲ ਮਿਲਾਪ 'ਚ ਹੁੰਦਾ, ਸੋਸ਼ਲ ਗੈਦਰਿੰਗ 'ਚ ਹੁੰਦੇ। ਤਾਂ ਹੀ ਤੁਸੀਂ ਦੇਖੋ ਕਨਕਸ ਨੇ ਵੀ ਕਿਹਾ ਵੀ ਜਦ ਤੱਕ ਤੁਹਾਡੇ ਕੋਲ 2 ਟਿਕਟ ਨਹੀਂ ਲੱਗੇ ਤੁਹਾਨੂੰ ਟਿਕਟ ਲਿੱਤੀ ਹੈ ਲੇਕਿਨ ਐਂਟਰੀ ਨਹੀਂ ਮਿਲੂਗੀ। ਹੋਰ ਵੀ ਗੇਮਾਂ ਦੇ ਵਿੱਚ ਵੀ ਰੈਸਟੋਰੈਂਟ ਵਾਲੇ ਵੀ ਲੇਕਿਨ ਥੋੜਾ ਮੈਂਡੇਟ ਆ ਰਿਹਾ ਵੀ ਜਿਹੜੇ ਲੌਂਗ ਟਰਮ ਕੇਅਰ 'ਚ ਕੰਮ ਕਰਦੇ ਆ ਰੈਸੀਡੈਂਸ਼ੀਅਲ, ਉਹਨਾਂ ਤੋਂ ਟੀਕੇ ਲਾਉਣੇ ਪੈਣੇ, ਨਹੀਂ ਤੇ ਜੌਬ ਨਹੀਂ ਮਿਲਣੀ। ਗਵਰਨਮੈਂਟ ਮਹਿਕਮੇ 'ਚ ਵੀ ਇਹ ਕਾਨੂੰਨ ਬਣ ਰਿਹਾ ਵੀ ਜਿਨ੍ਹਾਂ ਨੂੰ 2 ਟੀਕੇ ਲੱਗੇ ਉਹਨਾਂ ਨੂੰ ਜੌਬ ਉਹਨਾਂ ਦੀ ਸਥਿਰ ਹੋਏਗੀ, ਜਿਹਨਾਂ ਨਹੀਂ ਲਾਏ ਉਹ ਹੋਰ ਕੋਈ ਲੱਭ ਲੈਣ ਜੌਬ। ਸੋ ਇਹ ਸਾਰੀ ਪਾਲਿਸੀਜ਼ ਜਿਹੜੀਆਂ ਹੌਲੀ ਹੌਲੀ ਆਉਣਗੀਆਂ। ਲੇਕਿਨ ਮੈਂ ਰੋਕ ਰਿਹਾ ਤੁਹਾਨੂੰ, ਇਹਦੇ ਵਿਰੋਧ 'ਚ ਜਿਹੜੇ ਕੰਜ਼ਰਵੇਟਿਵ ਦੇ ਆਗੂ ਨੇ ਐਰਨ ਟੂਲ, ਉਹ ਕਹਿੰਦੇ ਇਹ ਗਲਤ ਆ ਵੀ ਨਹੀਂ, ਤੁਹਾਨੂੰ ਜ਼ਰੂਰੀ ਕਰਨਾ ਚਾਹੀਦਾ ਵੀ ਸਾਰੇ ਇਹ ਮੁਲਾਜ਼ਮ ਜਿਹੜੇ ਇਹਨਾਂ ਨੂੰ ਤੁਸੀਂ ਜ਼ਰੂਰੀ ਕਰਦੇ ਵੀ ਮੈਂਡੇਟਰੀ ਨਹੀਂ ਕਰਨੀ ਚਾਹੀਦੀ ਕੋਈ। ਦੇਖੋ ਗੱਲ ਇਹ ਹੈਗੀ ਆ ਵੀ ਕਈ ਵਾਰ ਕਈ ਰੂਲ ਬਣਾਉਣੇ ਪੈਂਦੇ ਆ। ਹੁਣ ਦੇਖੋ ਤੁਸੀਂ ਸੀਟ ਬੈਲਟ ਹੈ ਨਾ, ਉਹ ਰੂਲ ਮੈਂਡੇਟਡ ਹੈਗਾ, ਨਹੀਂ ਆਪਾਂ ਦੇਖੀਏ ਤੇ ਉਹਦੀ ਸੇਫਟੀ ਇਸ਼ੂ ਬਣਦਾ। ਸੀਟ ਬੈਲਟ ਐਟਲੀਸਟ ਤੁਹਾਨੂੰ ਪ੍ਰੋਟੈਕਟ ਕਰਦਾ। ਫਿਰ ਜਿਹੜੀ ਡਰਿੰਕਿੰਗ ਐਂਡ ਡਰਾਈਵਿੰਗ ਆ ਵੀ ਬਿਨਾਂ ਸ਼ਰਾਬ ਪੀਏ ਤੋਂ ਗੱਡੀ ਚਲਾਉਣੀ, ਅਗਰ ਕਿਸੇ ਨੇ ਪੀ ਕੇ ਚਲਾਈ ਫੜਿਆ ਗਿਆ ਤਾਂ ਉਹਦਾ ਵਹੀਕਲ ਇੰਪਾਊਂਡ ਹੋਣਾ। ਸੋ ਰੂਲਸ ਤਾਂ ਬਣਾਉਣੇ ਪੈਣੇ ਆ, ਕਿਉਂਕਿ ਅਗਰ ਕੋਵਿਡ ਦੇ ਕੰਟਰੋਲ ਚਾਹੀਦਾ ਸਾਨੂੰ, ਉਹਦੇ ਉੱਤੇ ਵਿਜੇ ਪਾਉਣਾ, ਤੇ ਸਾਨੂੰ ਥੋੜੀ ਸਖਤੀ ਵਰਤਣੀ ਪੈਣੀ। ਔਰ ਸਖਤੀ ਉੱਥੋਂ ਆਊਗੀ ਜਿਹੜੇ ਇੰਸਟੀਟਿਊਸ਼ਨ ਇਹਦੇ ਰੂਲਸ ਰੈਗੂਲੇਸ਼ਨ ਹੁੰਦੇ ਉਹ ਹੋ ਗਿਆ ਗਵਰਨਮੈਂਟ ਮਹਿਕਮਾ। ਸੋ ਅਸੀਂ ਹੁਣ ਦੇਖੋ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਪਹਿਲੇ ਵੇਵ 'ਚ ਸਭ ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਬਜ਼ੁਰਗਾਂ ਦੀਆਂ, ਤੇ ਅਸੀਂ ਨਹੀਂ ਚਾਹੁੰਦੇ ਵੀ ਉਹ ਜਿਹੜਾ ਦੁੱਖ ਹੈ ਫਿਰ ਰਿਪੀਟ ਹੋਏ। ਵੀ ਐਟਲੀਸਟ ਜਿਹੜੇ ਉੱਥੇ ਵਰਕਰ ਕੰਮ ਕਰ, ਕਿਉਂਕਿ ਬਜ਼ੁਰਗਾਂ ਨੂੰ 2 ਟੀਕੇ ਤੇ ਲੱਗ ਗਏ, ਜਿਹੜੇ ਵਰਕਰ ਕੰਮ ਕਰ ਰਹੇ ਆ ਉਹ ਵੀ ਇਮਿਊਨਾਈਜ਼ਡ ਹੋਣ, ਨਹੀਂ ਤੇ ਉਹ ਕੈਰੀ ਕਰਕੇ ਫਿਰ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਲੈ ਕੇ ਜਾ ਸਕਦੇ ਹਨ। ਸੋ ਸੇਫਟੀ ਜਿਹੜੀ ਇਸ਼ੂ ਹੈਗੀ ਹੈ ਸਾਨੂੰ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਤਵੱਜੋ ਦੇਣੀ ਪਏਗੀ। 20 ਸਤੰਬਰ ਨੂੰ ਇਲੈਕਸ਼ਨ ਆ ਡਾਕਟਰ ਸਾਹਿਬ, ਕਈ ਲੋਕ ਕਹਿੰਦੇ ਇਲੈਕਸ਼ਨ ਤੋਂ ਬਾਅਦ ਫਿਰ ਕੋਵਿਡ ਵੱਧ ਜਾਣਾ। ਦੂਜੀ ਗੱਲ ਕਹੀ ਜਾ ਰਹੀ ਹੈ ਵੀ ਵੋਟ ਪਾਉਣ ਜਾਣਾ ਕਿੰਨਾ ਸੇਫ ਆ, ਕਿਉਂਕਿ 2.5 ਲੱਖ ਦਾ ਜਿਹੜਾ ਵਰਕਰ ਕੰਮ ਕਰ ਰਿਹਾ ਹੈ ਜੇ ਇਲੈਕਸ਼ਨ ਇਸ ਸਾਰੇ ਪ੍ਰੋਸੈਸ ਦੇ ਵਿੱਚ, ਉਹਨਾਂ ਦੇ ਲਈ ਵੀ ਉਹਨਾਂ ਨੇ ਜ਼ਰੂਰੀ ਨਹੀਂ ਕੀਤਾ ਵੀ ਵੈਕਸੀਨ ਲਵਾਉਣੀ ਜ਼ਰੂਰੀ ਹੈ। ਬਹੁਤਾ ਕਰਕੇ ਦੇਖੋ ਮੈਂ ਫਿਰ ਕਹਿ ਰਿਹਾ ਵੀ ਸਾਰਿਆਂ ਨੇ ਵੈਕਸੀਨ ਨਹੀਂ ਲਾਉਣੀ ਹੈ ਨਾ, ਕਈਆਂ ਨੇ ਮਨ ਬਣਾਇਆ 17% ਲੋਕਾਂ ਨੇ ਤਾਂ ਮਨ ਬਣਾਇਆ ਵੀ ਨਹੀਂ ਲਾਉਣੀ, ਇਸ ਲਈ 83 ਤੇ ਜਾ ਕੇ ਸੂਈ ਅੜ ਗਈ ਹੈ ਨਾ। ਹੁਣ ਤਾਂ ਪੌਪਿਨ ਕਲੀਨਿਕ ਹੈਗੇ, ਤੁਹਾਨੂੰ ਬੁਕਿੰਗ ਵੀ ਨਹੀਂ ਕਰਨੀ ਪੈਂਦੀ, ਜਾ ਕੇ ਤੁਸੀਂ ਲਾ ਸਕਦੇ ਹੈ ਨਾ। ਪਹਿਲਾਂ ਪੁਰਾਣਾ ਟਾਈਮ ਲੰਘ ਗਿਆ ਵੀ ਤੁਸੀਂ ਵੇਟ ਕਰੋ 2 ਮਹੀਨੇ ਬਾਅਦ ਕਾਲ ਕਰਾਂਗੇ 4 ਮਹੀਨੇ, ਉਹ ਸਾਰਾ ਟਾਈਮ ਲੰਘ ਗਿਆ। ਹੁਣ 2.5 ਲੱਖ ਬੰਦਾ ਵਿਦਿਨ 1 ਮੰਥ ਇਕੱਠਾ ਕਰਨਾ ਵੀ ਔਖਾ, ਲੇਕਿਨ ਜਿਨ੍ਹਾਂ ਨੇ ਲਾਉਣੀ ਆ ਉਹਨਾਂ ਨੂੰ 2 ਡੋਜ਼ ਤਾਂ 20 ਸਤੰਬਰ ਤੱਕ ਲੱਗ ਚੁੱਕੇ ਹੋਣਗੇ ਹੈ ਨਾ, ਕਿਉਂਕਿ ਅਸੀਂ ਆਲਰੇਡੀ ਉਸ ਟਾਰਗੇਟ ਤੱਕ ਤਾਂ ਪੜ ਰਹੇ ਹਾਂ। ਦੂਜਾ ਗੱਲ ਹੈਗੀ ਵੀ ਮੈਨ ਪਾਵਰ ਦੀ ਜਿਹੜੀ ਹੈਗੀ ਵਰਤੋਂ ਕਿੱਦਾਂ ਗਵਰਨਮੈਂਟ ਨੇ ਕਰਨੀ ਹੈ। ਅਗਰ ਸਮਝੋ ਉਹ ਮੈਂਡੇਟ ਕਰਨ ਵੀ ਬਿਨਾਂ ਵੈਕਸੀਨ ਲਾਉਣ ਵਾਲੇ ਹੀ ਕਰਨ, ਤੇ 2.5 ਲੱਖ ਦੀ ਜਗ੍ਹਾ ਮਸਾਂ ਉਹਨਾਂ ਨੂੰ 1.5-2 ਲੱਖ ਹੀ ਸ਼ਾਇਦ ਮਿਲੇ ਹੈ ਨਾ। ਸੋ ਕਾਫੀ ਸਟੂਡੈਂਟਸ ਨੇ ਅਜੇ ਵੀ ਨਹੀਂ ਲਾਇਆ, ਕਿਉਂਕਿ ਜਿਹੜੇ ਯੰਗ ਐਡਲਟ ਆ, ਜਿਹੜੇ ਟੀਨੇਜਰਸ ਆ, ਸਟੂਡੈਂਟਸ ਆ, ਜਿਹੜੇ ਜਿਮ ਆ, ਬਾਡੀ ਬਿਲਡਰ, ਉਹ ਸੋਚਦੇ ਸਾਨੂੰ ਕੋਵਿਡ ਤੰਗ ਨਹੀਂ ਕਰ ਸਕਦਾ। ਉਹਨਾਂ ਦੀ ਸੋਚ ਗਲਤ ਆ, ਲੇਕਿਨ ਉਹ ਸੋਚਦੇ ਵੀ ਸਾਡੀ ਸਿਹਤ ਇੰਨੀ ਤਕੜੀ ਹੈ ਵੀ ਸਾਨੂੰ ਕੋਵਿਡ ਕਿੱਦਾਂ ਢਾਹ ਲੂਗਾ ਹੈ ਨਾ। ਔਰ ਇੱਕ ਰਿਪੋਰਟਰ ਸੀ ਅਮਰੀਕਾ 'ਚ, ਉਹਨੇ ਵੀ ਬੜਾ ਐਲਾਨ ਕੀਤਾ ਵੀ ਕੀ 99% ਇਹਦੇ ਨਾਲ ਕੁਛ ਨਹੀਂ ਹੁੰਦਾ, ਪਰ ਜਦੋਂ ਵੈਂਟੀਲੇਟਰ ਤੇ ਗਿਆ ਫਿਰ ਉਹਨੇ ਚੇਂਜ ਕੀਤਾ, ਉਹਦੀ ਪੂਰੀ ਫੈਮਿਲੀ ਨੇ ਟੀਕੇ ਲਾਏ। ਸੋ ਇੱਦਾਂ ਵੀ ਕਿਸੇ ਨੂੰ ਕਦੋਂ ਵੀ ਹੋ ਸਕਦਾ। ਸੋ ਅਸੀਂ ਬੇਨਤੀ ਕਰ ਸਕਦੇ ਹਾਂ, ਰਿਕੁਐਸਟ ਕਰ ਸਕਦੇ ਹਾਂ, ਦੇਖੋ ਮੈਂ ਤੁਹਾਨੂੰ ਧੱਕੇ ਦੇ ਨਾਲ ਫੜ ਕੇ ਤੁਹਾਡੇ ਤੇ ਬਹਿ ਕੇ ਟੀਕਾ ਨਹੀਂ ਲਾ ਸਕਦਾ, ਤੁਹਾਡੇ ਕਨਸਟੀਟਿਊਸ਼ਨਲ ਹੱਕ ਨੇ, ਰਾਈਟਸ ਨੇ ਨਾ, ਚਾਰਟਰ ਆਫ ਰਾਈਟਸ ਆ। ਸੋ ਇਹ ਵੀ ਗੱਲਾਂ ਜਿਹੜੀਆਂ ਸਾਨੂੰ ਵਾਚਣੀਆਂ ਪੈਂਦੀਆਂ। ਸੋ ਇਲੈਕਸ਼ਨ ਜਿਹੜਾ ਹੈਗਾ ਉਹਦੇ 2-3 ਚੀਜ਼ਾਂ ਕਰ ਸਕਦੇ ਆ। ਪਹਿਲਾਂ ਤਾਂ ਵੋਟ ਜ਼ਰੂਰ ਪਾਓ, ਇਹ ਤੁਹਾਡਾ ਹੱਕ ਹੈਗਾ, ਤੁਸੀਂ ਸਰਕਾਰ ਚੁਣਨੀ ਆਉਣ ਵਾਲੇ, ਪਤਾ ਨਹੀਂ ਮਾਈਨੋਰਿਟੀ ਮੈਜੋਰਿਟੀ ਜੋ ਵੀ ਹੋਏ, ਉਹ 2 ਸਾਲ ਲਾਸਟ ਕਰਦੀ 4 ਸਾਲ, ਇਹ ਤੁਹਾਡੇ ਹੱਥ 'ਚ ਹੈਗਾ। ਮੈਨੂੰ
ਜਦ ਤੱਕ ਮੈਨੂੰ ਲੱਗਦਾ ਵੀ ਤਦ ਤੱਕ ਕੰਟਰੋਲਸ ਹੋਰ ਵਧੀਆ ਹੋ ਜਾਣਾ ਕੋਵਿਡ ਦਾ ਇਲੈਕਸ਼ਨ ਟਾਈਮ ਤੱਕ। ਅੱਛਾ ਜੀ। ਦੂਜੀ ਗੱਲ, ਆਪਾਂ ਮਾਸਕ ਪਾ ਕੇ ਜਾਈਏ, ਫਿਜ਼ੀਕਲ ਡਿਸਟੈਂਸ ਰੱਖੀਏ, ਹੈਂਡ ਵਾਸ਼ਿੰਗ ਉੱਥੇ ਜ਼ਰੂਰ ਹੋਊਗਾ। ਅਗਰ ਫਿਰ ਵੀ ਇਸ ਗੱਲਾਂ ਤੋਂ ਡਰ ਲੱਗਦਾ ਤੇ ਮੇਲ ਇਨ ਬੈਲਟ ਕਰ ਲਈਏ, ਐਡਵਾਂਸ ਪੋਲਿੰਗ ਕਰ ਲਈਏ, ਹੈ ਨਾ, ਜਿਸ 'ਚ ਰਸ਼ ਘੱਟ ਹੁੰਦਾ। ਸੋ ਇਹ ਸਾਰੀਆਂ ਆਪਸ਼ਨਸ ਤਾਂ ਸਾਡੇ ਕੋਲ ਹੈਗੇ। ਮੇਲ ਇਨ ਬੈਲਟਸ ਵੀ ਬਹੁਤ ਈਜ਼ੀਲੀ ਹੁੰਦੇ ਆ। ਸੋ ਇਹ ਆਪਸ਼ਨਸ ਤਾਂ ਹੈਗੇ, ਲੇਕਿਨ ਹੁਣ ਕਿਉਂਕਿ ਪ੍ਰਧਾਨ ਮੰਤਰੀ ਨੇ ਇਲੈਕਸ਼ਨ ਡਿਕਲੇਅਰ ਕੀਤਾ, ਇਲੈਕਸ਼ਨ ਤਾਂ ਹੋਣਾ। ਔਰ ਤੁਸੀਂ ਦੇਖੋ ਇੱਥੇ ਪਿਛਲੇ ਸਾਲ ਕਿ ਇਸ ਸਾਲ ਦੇ ਅਰਲੀ ਫੈਬਰੂਰੀ 'ਚ ਹੋਇਆ ਸੀ ਨਾ ਇੱਥੇ, ਹਾਂ, ਐਨਡੀਪੀ ਸਰਕਾਰ ਨੇ ਇਲੈਕਸ਼ਨ ਡਿਕਲੇਅਰ ਕੀਤਾ। ਉਹਦੇ ਬਾਅਦ ਵੀ ਤਾਂ ਮਤਲਬ ਠੀਕ ਹੀ ਰਿਹਾ ਕੰਮ, ਹੈ ਨਾ। ਉਦੋਂ ਤਾਂ ਕੋਵਿਡ ਅਜੇ ਕੰਟਰੋਲ 'ਚ ਵੀ ਨਹੀਂ ਸੀ, ਵੈਕਸੀਨੇਸ਼ਨ। ਹੁਣ ਅਸੀਂ ਕਿਹੜੀ ਸਥਿਤੀ 'ਚ ਇਹਦਾ ਇਸ ਗੱਲ ਦਾ ਕਿੰਨਾ ਕੁ ਖਤਰਾ ਹੈ ਵੀ ਇਲੈਕਸ਼ਨ ਤੋਂ ਬਾਅਦ ਫਿਰ ਕੋਵਿਡ ਇੱਕਦਮ ਵੱਧ ਜਾਊਗਾ? ਕੀ ਕਿਸੇ ਅਸੀਂ ਸ਼ੁਰੂ ਹੋ ਚੁੱਕੇ ਹਾਂ ਜਾਂ ਹਜੇ ਇਸ ਵੇਲੇ ਨਹੀਂ? ਸਾਡੀ ਚੌਥੀ ਵੇਵ ਤਾਂ ਹੈਗੀ ਆ, ਔਰ ਚੌਥੀ ਵੇਵ ਹੌਲੀ ਹੌਲੀ ਉੱਤੇ ਜਾ ਰਹੀ ਆ, ਲੇਕਿਨ ਇਹ ਵੱਡੀ ਛਾਲ ਨਹੀਂ ਬਣੂਗੀ। ਅੱਛਾ ਜੀ। ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਮੋਸਟਲੀ ਜਿਹੜੇ ਹਸਪੀਟਲ ਕੇਸਿਸ ਜਾ ਰਹੇ ਆ, 96% ਉਹ ਨੇ ਜਿਨ੍ਹਾਂ ਨੂੰ ਟੀਕਾ ਨਹੀਂ ਲੱਗਿਆ। ਸਿਰਫ ਲੈਸ ਦੈਨ 4% ਹੈ ਜਿਨ੍ਹਾਂ ਨੂੰ ਟੀਕਾ ਲੱਗਾ, ਜਾਂ 1 ਡੋਜ਼ ਲੱਗਾ, ਜਾਂ ਮਤਲਬ 2 ਡੋਜ਼ ਲੱਗੇ, ਜਿਹੜੇ ਅਪੜੇ। ਔਰ ਉਹਨਾਂ ਦੇ ਵਿੱਚ ਵੀ ਰਿਸਕ ਫੈਕਟਰ ਸੀ ਵੀ ਉਹਨਾਂ ਦੀ ਏਜ ਸੀ, ਜਾਂ ਹਾਰਟ ਪ੍ਰੋਬਲਮ ਸੀ, ਲੰਗ ਪ੍ਰੋਬਲਮ ਸੀ, ਵਗੈਰਾ ਵਗੈਰਾ। ਸੋ ਇਸ ਲਈ ਵੈਕਸੀਨੇਸ਼ਨ ਪ੍ਰੋਟੈਕਟ ਕਰਦਾ। ਜਿਹੜਾ ontario ਦੀ ਸਰਕਾਰ ਨੇ ਡਿਸੀਜਨ ਲਿੱਤਾ ਵੀ ਬੂਸਟਰ ਡੋਜ਼ ਲਾਉਣਾ, ਜਿਹੜੇ ਇਮਿਊਨ ਸਿਸਟਮ ਲੋ ਆ ਜਾਂ ਐਟ ਰਿਸਕ ਪਾਪੂਲੇਸ਼ਨ ਆ। ਹੁਣ ਦੇਖੋ ਨਾਸੀ ਨੇ ਜਦੋਂ ਸਟੱਡੀ ਕੀਤੀ, ਕਈਆਂ ਨੂੰ 2 ਟੀਕੇ ਲੱਗੇ, ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ, ਉਹਨਾਂ ਦੀ ਐਂਟੀਬਾਡੀ ਬਣੀ ਨਾ। ਸੋ ਉਹਨਾਂ ਨੂੰ ਵੀ ਤੇ ਪ੍ਰੋਟੈਕਸ਼ਨ ਚਾਹੀਦੀ ਹੈ, ਇਸ ਲਈ ਉਹਨਾਂ ਨੂੰ 3rd ਡੋਜ਼ ਲੱਗੂਗਾ। ਮੈਨੂੰ ਲੱਗਦਾ BC ਸਰਕਾਰ ਵੀ ਇਹ ਪਲਾਨ ਪਹਿਲੋਂ ਲੈ ਕੇ ਆਊਗੀ ਵੀ ਜਿਹੜਾ ਐਟ ਰਿਸਕ ਪਾਪੂਲੇਸ਼ਨ ਹੈਗਾ, ਵੀ ਜਿਨ੍ਹਾਂ ਨੂੰ ਅਗਰ ਕੋਵਿਡ ਹੋ ਵੀ ਜਾਂਦਾ 2 ਡੋਜ਼ ਤੋਂ ਬਾਅਦ, ਉਹਨਾਂ ਨੂੰ ਪਹਿਲੋਂ ਬੂਸਟਰ ਡੋਜ਼ ਲਾਏ। ਉਹਦੇ ਬਾਅਦ ਮੈਨੂੰ ਵੀ ਲੱਗਦਾ ਵੀ ਸਾਨੂੰ ਸਿਆਲਾਂ ਦੇ ਵਿੱਚ ਬੂਸਟਰ ਲਾਉਣਾ ਪਊਗਾ। ਆਲਰੇਡੀ ਅਨੀਤਾ ਆਨੰਦ ਜੀ ਨੇ 2022-2023 ਵਾਸਤੇ ਬੂਸਟਰਾਂ ਵਾਸਤੇ ਪੈਸੇ ਦਿੱਤੇ ਹੋਏ ਨੇ, ਇਹ ਵੀ ਸਾਨੂੰ ਪਤਾ। ਸੋ ਕਿਤੇ ਨਾ ਕਿਤੇ ਜਿਹੜੀ ਮੈਡੀਕਲ ਸਾਇੰਸ ਆ ਉਹ ਦੱਸ ਰਹੀ ਹੈ ਵੀ ਬੂਸਟਰ ਦੀ ਲੋੜ ਪਊਗੀ। ਕਦੋਂ ਪਊਗੀ? ਜਦੋਂ ਸਾਡੀ ਨੈਸ਼ਨਲ ਐਡਵਾਈਜ਼ਰ ਕਮੇਟੀ ਔਨ ਇਮਨਾਈਜੇਸ਼ਨ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇਊਗੀ। ਡਾਕਟਰ ਸਾਹਿਬ, ਜਿਹੜੀ ਛੱਲ ਦੇ ਵਿੱਚੋਂ ਵੇਵ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਤੁਸੀਂ ਕਿਹਾ ਵੀ ਇਹ ਉਨੀ ਵੱਡੀ ਨਹੀਂ ਹੋਣੀ। ਅਮਰੀਕਾ ਦੇ ਵਿੱਚ ਜਦੋਂ ਉਹਨਾਂ ਦੀ ਪੀਕ ਟਾਈਮ ਸੀਗਾ, ਇਹਦੇ ਸਭ ਤੋਂ ਵੱਧ ਕਰੋਨਾ ਸੀਗਾ, ਇੱਕ ਦਿਨ ਦੇ ਵਿੱਚ 3 ਲੱਖ ਦੇ ਕੇਸ ਸਾਹਮਣੇ ਆਉਂਦੇ ਸੀ। ਔਰ ਹੁਣ ਜਦੋਂ ਕਿ ਵੈਕਸੀਨੇਸ਼ਨ ਉੱਥੇ ਕਾਫੀ ਲੱਗ ਗਈ ਆ, 1.5 ਲੱਖ ਮਰੀਜ਼ ਫਿਰ ਵੀ ਇੱਕ ਦਿਨ ਦੇ ਵਿੱਚ ਉੱਥੇ ਆ ਰਿਹਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਡਰ ਰਹੇ ਆ ਵੀ ਵੱਧ ਜਾਣ। ਕੀ ਇਹ ਜੇ ਵੈਕਸੀਨ ਨਾ ਲੱਗੀ ਹੁੰਦੀ ਤਾਂ ਛੱਲ ਇਹ ਤੋਂ ਵੀ ਜ਼ਿਆਦਾ ਵੱਡੀ ਹੋਣੀ ਸੀ? ਬੈਡ ਹੋਣੀ ਸੀ। ਦੇਖੋ ਹਿੰਦੁਸਤਾਨ ਦੀ ਸੈਕਿੰਡ ਛੱਲ ਤੁਸੀਂ ਦੇਖੋ, ਅਜੇ ਤੱਕ ਮੈਮਰੀਜ਼ ਆਉਂਦੀਆਂ ਸਾਨੂੰ, ਹੈ ਨਾ, ਕਿੰਨੀਆਂ ਮੌਤਾਂ ਹੋਈਆਂ, ਕਿੰਨੀਆਂ ਨਦੀ ਦੇ ਕਿਨਾਰੇ ਦੇ ਵਿੱਚ ਦਫਨਾਏ ਗਏ, ਕਿੰਨੇ ਰੋਡ ਦੇ ਉੱਤੇ, ਕਿੰਨਾ ਮਤਲਬ ਬੈਕਲੌਗ। ਈਵਨ ਜਿੱਥੇ ਪੈਟਸ ਦਾ ਕ੍ਰੀਮੇਸ਼ਨ ਕਰਦਾ ਉਹ ਯੂਜ਼ ਕੀਤਾ ਗਿਆ ਇਨਸਾਨਾਂ ਦੇ ਲਈ, ਕਿਉਂਕਿ ਬੈਕਲੌਗ ਬਹੁਤ ਸੀ। ਹੁਣ ਅਮਰੀਕਾ ਦੀ ਸਿਚੁਏਸ਼ਨ ਦੇਖੋ, ਕੈਨੇਡਾ ਦੀ ਸਿਚੁਏਸ਼ਨ ਬਹੁਤ ਵਧੀਆ ਹੋ ਜਾਏ, ਅਮਰੀਕਾ ਦੀ ਸਿਚੁਏਸ਼ਨ ਇੰਨੀ ਵਧੀਆ ਨਹੀਂ ਆ, ਕਿਉਂਕਿ ਉੱਥੇ ਜਿਹੜੇ ਫੁੱਲੀ ਇਮਨਾਈਜ਼ਡ ਉਹ 50% ਤੇ ਲੱਗੇ ਚੱਕ ਗਏ ਆ, ਜਿਨ੍ਹਾਂ ਨੂੰ 2 ਡੋਜ਼ ਲੱਗੇ। ਬਾਕੀ ਕਈਆਂ ਨੇ ਮਨ ਬਣਾਇਆ 30% ਨੇ ਵੀ ਅਸੀਂ ਟੀਕੇ ਨਹੀਂ ਲਾਉਣੇ। ਹੁਣ ਉਹਨਾਂ ਨੂੰ ਢਾਹ ਕੇ ਕਿੱਦਾਂ ਲਾਓਗੇ, ਹੈ ਨਾ। ਸੋ ਇਸ ਲਈ ਉਹਨਾਂ ਦੀ ਸਿਚੁਏਸ਼ਨ ਸਾਡੇ ਤੋਂ ਇਸ ਵੇਲੇ ਬੈਡ ਆ। ਅਸੀਂ ਆਪਣੇ ਬਾਰਡਰ 9 ਤਰੀਕ ਤੋਂ ਖੋਲ੍ਹ ਦਿੱਤੇ ਸੀ ਵੀ 2 ਡੋਜ਼ ਲੱਗੇ, ਨੈਗੇਟਿਵ ਟੈਸਟ ਆ ਜਾਓ। ਹੁਣ ਮੈਂ ਵਿਕਟੋਰੀਆ ਪਿਛਲੇ ਕੁਝ ਦਿਨ ਹੋ ਕੇ ਕਾਫੀ ਅਮਰੀਕਨ ਕਾਰਾਂ ਤੁਰੀਆਂ ਫਿਰਦੀਆਂ ਉੱਥੇ, ਹੈ ਨਾ। ਉਹ ਆਉਣਾ ਚਾਹੁੰਦੇ ਕੈਨੇਡਾ, ਸਾਡਾ ਬ੍ਰਿਟਿਸ਼ ਕੋਲੰਬੀਆ ਬੜਾ ਬਿਊਟੀਫੁਲ ਹੈ, ਲੇਕਿਨ ਅਜੇ ਤੱਕ ਅਮਰੀਕਾ ਨੇ ਸਾਡੇ ਲਈ ਉਹ ਪ੍ਰੋਵੀਜ਼ਨਸ ਨਹੀਂ ਕ੍ਰੀਏਟ ਕੀਤੇ। ਅਜੇ ਵੀ ਸਾਨੂੰ ਕੁਆਰੰਟਾਈਨ ਦੀ ਲੋੜ ਪਊਗੀ, ਅਜੇ ਵੀ ਨੈਗੇਟਿਵ। ਇਸ ਲਈ ਉਸ ਪਾਸੇ ਟਰੈਵਲਿੰਗ ਨਹੀਂ ਹੋ ਰਹੀ। ਔਰ ਮੈਂ ਬੇਨਤੀ ਕਰੂੰਗਾ ਵੀ ਆਪਾਂ ਉਸ ਪਾਸੇ ਜਾਈਏ ਵੀ ਨਾ, ਕਿਉਂਕਿ ਡੈਲਟਾ ਵੇਰੀਐਂਟ ਉੱਥੇ ਸਭ ਤੋਂ ਜ਼ਿਆਦਾ ਹਾਵੀ ਹੈ। ਹੁਣ ਸਮਝੋ ਮੈਨੂੰ ਰੈਗੂਲਰ ਕੋਵਿਡ ਵਾਇਰਸ ਹੈ ਜਿਹੜਾ ਪੁਰਾਣਾ ਸੀ, ਹੈ ਨਾ, ਮੈਂ 100 ਬੰਦੇ ਆ ਉਸ ਮਹਿਫਿਲ 'ਚ ਆ, ਮੈਨੂੰ ਪੋਜ਼ੀਟਿਵ ਆ, ਮੈਂ 1 ਜਾਂ 2 ਨੂੰ ਦੇ ਕੇ ਆਊਂਗਾ, 98 ਨੂੰ ਨਹੀਂ ਹੋਊਗਾ। ਅਗਰ ਮੇਰੇ 'ਚ ਡੈਲਟਾ ਆ ਤੇ ਮੈਂ 4 ਤੋਂ ਜ਼ਿਆਦਾ ਨੂੰ ਦੇ ਕੇ ਆਊਂਗਾ। ਸੋ 4 ਗੁਣਾ ਜ਼ਿਆਦਾ ਫੈਲਾਓ ਹੈਗਾ, ਇਨਫੈਕਟੀਵਿਟੀ ਜ਼ਿਆਦਾ, ਉਹਦਾ ਫੈਲਾਓ ਜ਼ਿਆਦਾ, ਔਰ ਉਹਦੇ ਜਿਹੜੇ ਰਿਪਰਕਸ਼ਨਸ ਹੈਗੇ ਆ ਵੀ ਜਿਹੜੇ ਹਸਪੀਟਲਾਈਜੇਸ਼ਨ, ਫਿਰ ਵੈਂਟੀਲੇਸ਼ਨ ਜਾਂ ਕੁਛ ਮੌਤ ਦੀ ਦਰ, ਉਹ ਦੂਜੇ ਰੈਗੂਲਰ ਵਾਇਰਸ ਨਾਲੋਂ ਜ਼ਿਆਦਾ। 1.4% ਗਰੀਬ ਮੁਲਕ ਨੂੰ ਪਹਿਲਾ ਡੋਜ਼ ਲੱਗਾ। ਅੱਛਾ ਜੀ, ਬਹੁਤ ਮਾੜੀ ਗੱਲ, ਕਿਉਂਕਿ ਹੁਣ ਵਾਇਰਸ ਤੇ ਇਨਸਾਨ ਤੋਂ ਇਨਸਾਨ, ਜਦ ਤੱਕ ਉਹਨਾਂ ਨੂੰ ਇਮਨਾਈਜੇਸ਼ਨ ਨਹੀਂ ਲੱਗਦਾ, ਹੋਰ ਰੂਪਾਂਤਰ ਡਿਵੈਲਪ ਹੋਣਗੇ, ਹੋਰ ਘੁੰਮ ਫਿਰ ਕੇ ਅਸੀਂ ਡੈਲਟਾ ਦੇ ਮਗਰ ਤੁਰੇ ਫਿਰਦੇ ਆ, ਥੀਟਾ, ਗਾਮਾ, ਹੋਰ ਜਿਹੜੇ ਵੇਰੀਐਂਟਸ ਆਉਣਗੇ। ਇਸ ਲਈ ਸਾਨੂੰ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ। ਇਸ ਲਈ ਜੋ ਬਾਈਡਨ ਨੇ 100 ਮਿਲੀਅਨ ਡੋਜ਼ਸ ਫਾਈਜ਼ਰ ਦੇ ਦਾਨ ਕਰਨੇ, ਕਿ ਸਾਡੇ ਪ੍ਰਧਾਨ ਮੰਤਰੀ ਨੇ ਵੀ 50 ਮਿਲੀਅਨ ਤੋਂ ਜ਼ਿਆਦਾ ਕਹੇ ਆ, ਔਰ ਜਿਹੜਾ WHO ਦੀ ਇਮਨਾਈਜੇਸ਼ਨ ਕਮੇਟੀ ਆ ਉਹਦੇ ਵਿੱਚ ਉਹ ਬੰਦੇ ਵੀ ਨੇ। ਸੋ ਸਾਨੂੰ ਉਸ ਪਾਸੇ ਵੀ ਦੇਖਣਾ ਚਾਹੀਦਾ, ਕਿਉਂਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ। ਜਦ ਤੱਕ ਉੱਥੇ ਕੰਟਰੋਲ ਨਹੀਂ ਹੁੰਦਾ, ਸਾਨੂੰ ਨਹੀਂ ਚੈਨ ਆ ਸਕਦਾ। ਔਰ ਜਿਹੜੀ 100 ਸਾਲ ਪਹਿਲੋਂ ਸਪੈਨਿਸ਼ ਫਲੂ ਦਾ, ਉਹਦੇ ਵਿੱਚ ਵੀ ਚੌਥੀ ਛਾਲ ਤੋਂ ਬਾਅਦ ਹੌਲੀ ਹੌਲੀ
2 ਸਾਲ ਲੱਗੇ ਸੀ, ਅਸੀਂ ਅਜੇ 1.5 ਪੌਣੇ 2 ਸਾਲ 'ਚ ਵਿੰਟਰ ਤੋਂ ਬਾਅਦ ਸਾਡੀ ਖਲਾਸੀ ਹੋ ਜੂਗੀ। ਉਹ ਟਾਈਮ ਆਊਗਾ। ਦੇਖੋ ਆਲਰੇਡੀ ਸਾਡੇ ਵਿਆਹ ਸ਼ਾਦੀ, ਸਾਡੇ ਸਮਾਗਮ ਹੋ ਗਿਆ ਸ਼ੁਰੂ। ਗੁਰਦੁਆਰਾ ਸਾਹਿਬ, ਸਾਡਾ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹੌਲੀ ਹੌਲੀ ਹੋਰ ਵਧਣਗੀਆਂ। ਡਾਕਟਰ ਸਾਹਿਬ ਆਖਰੀ ਸਵਾਲ, ਕਿਹੜੀ ਰਿਸਟ੍ਰਿਕਸ਼ਨ ਲਾਉਣੀ ਆ, ਕਿੱਥੇ ਦੀਆਂ ਫਲਾਈਟਾਂ ਆਉਣ ਦੇਣੀਆਂ, ਕਿੱਥੇ ਦੀਆਂ ਬੰਦ ਕਰਨੀਆਂ? ਇੰਡੀਆ ਤੋਂ ਫਲਾਈਟਸ ਨਹੀਂ ਆ ਰਹੀਆਂ, ਅਮਰੀਕਾ ਤੋਂ ਆ ਰਹੀਆਂ, ਬਾਕੀ ਦੇਸ਼ਾਂ ਤੋਂ ਆ ਰਹੀਆਂ। ਇੱਥੇ ਕੋਵਿਡ ਬਹੁਤ ਹੋ ਰਿਹਾ, ਇਹਨਾਂ 'ਚੋਂ ਵੀ ਆ ਰਿਹਾ। ਅਸੀਂ ਕਹਿ ਦਿੱਤਾ ਵੀ ਅਮਰੀਕਾ ਦੇ ਵਿੱਚ ਜਿੱਥੇ 1.5 ਲੱਖ ਕੇਸ ਇੱਕ ਦਿਨ ਵਿੱਚ ਆ ਰਿਹਾ, ਵੀ ਤੁਸੀਂ ਸਾਡੇ ਆ ਜਾਓ। ਸਾਡੇ ਵੈਕਸੀਨੇਸ਼ਨ ਸਭ ਤੋਂ ਜ਼ਿਆਦਾ, ਅਮਰੀਕਾ ਸਾਨੂੰ ਉੱਥੇ ਨਹੀਂ ਜਾਣ ਦਿੰਦਾ। ਅਲਬਰਟਾ 'ਚ ਜੇਸਨ ਕੈਨੀ ਦੀ ਸਰਕਾਰ ਆ, ਉਹਨਾਂ ਦੀ ਸੋਚ ਹੋਰ ਆ, ਉਹ ਕਹਿੰਦੇ ਖੋਲ੍ਹ ਦਿਓ ਸਾਰਾ ਕੁਛ। ਸਾਡੇ NDP ਇਹਨਾਂ ਦੀ ਪਾਲਿਸੀ ਹੋਰ ਆ। ਲੋਕਡਾਊਨ ਲਾਉਣਾ ਨਹੀਂ ਲਾਉਣਾ, ਇਹਨਾਂ ਸਾਰਿਆਂ ਦੇ ਪਿੱਛੇ ਸਾਇੰਸ ਕਿੰਨੀ ਕੁ ਇਨਵੋਲਵ ਹੁੰਦੀ ਆ, ਪੋਲੀਟੀਕਲ ਤੇ ਇਕਨੋਮਿਕ ਆਸਪੈਕਟ ਕਿੰਨੇ ਕੁ ਹੁੰਦੇ ਆ? ਤਿੰਨੋਂ ਹੁੰਦੇ, ਤਿੰਨਾਂ ਨੂੰ ਬੈਲੈਂਸ ਕਰਨਾ ਪੈਂਦਾ ਹੈ ਨਾ, ਕਿਉਂਕਿ ਅਗਰ ਇਕੋਨਮੀ ਜਿਹੜੀ ਬਿਲਕੁਲ ਜ਼ੀਰੋ ਤੇ ਹੋਏ ਹੈ ਨਾ, ਤੇ ਫਿਰ ਸਾਇੰਟਿਸਟ ਨੂੰ ਵੀ ਤਨਖਾਹ ਕਿੱਥੋਂ ਮਿਲੂਗੀ? ਸੋ ਇਹ ਸਾਰਾ ਬੈਲੈਂਸ ਕਰਨਾ ਪੈਂਦਾ। ਸਾਇੰਸ ਇਹਦੇ ਵਿੱਚ ਜ਼ਰੂਰ ਹੁੰਦੀ ਆ। ਡਾਕਟਰ ਸਾਡੀ ਬੋਨੀ ਹੈਨਰੀ ਬਹੁਤ ਅੱਛਾ ਕੰਮ ਕਰ ਰਿਹਾ। ਥੋੜ੍ਹਾ ਬਹੁਤ ਪੋਲੀਟੀਕਲ ਵਿਟ ਵੀ ਹੁੰਦਾ ਔਰ ਇਕਨੋਮਿਕਸ ਵੀ ਇਨਵੋਲਵ ਹੁੰਦੇ ਆ। ਦੂਜੀ ਗੱਲ, ਹਰ ਇੱਕ ਸੂਬਾ, ਹਰ ਇੱਕ ਕੰਟਰੀ, ਉਹਨਾਂ ਦੇ ਵੱਖ-ਵੱਖ ਪੈਮਾਨੇ ਹੈਗੇ ਆ। ਜਿਹੜਾ ਨਾ ਇੰਡੀਆ ਤੋਂ ਡਾਇਰੈਕਟ ਫਲਾਈਟਾਂ ਜਿਹੜੀਆਂ ਹੈਗੀਆਂ, ਦੇਖੋ ਮੈਂ ਇੰਡੀਆ ਜੰਮਿਆ, ਮੈਂ ਇੰਡੀਆ ਦੇ ਨਾਲ ਪਿਆਰ ਕਰਦਾ, ਲੇਕਿਨ ਮੈਂ ਤੁਹਾਨੂੰ ਦੱਸਦਾ ਉਹ ਰਿਐਲਿਟੀ ਕੀ ਹੈ। ਰਿਐਲਿਟੀ ਇਹ ਹੁੰਦੀ ਆ ਵੀ ਮੈਂ ਸਮਝੋ ਉੱਥੇ ਮੈਡੀਕਲ ਪ੍ਰੈਕਟੀਸ਼ਨਰ ਹੈਗਾ, ਮੇਰੇ ਕੋਲ ਅਥਾਰਟੀ ਆ ਵੀ ਮੈਂ ਕੋਵਿਡ ਦਾ ਯੈਸ ਨੈਗੇਟਿਵ ਟੈਸਟ ਕਰਨਾ, ਤਾਂ ਮੈਂ ਪੈਸੇ ਲੈ ਕੇ ਪੋਜ਼ੀਟਿਵ ਟੈਸਟ ਨੂੰ ਵੀ ਨੈਗੇਟਿਵ ਦੇ ਦਿੰਦਾ। ਤੁਹਾਨੂੰ ਪਤਾ ਪੈਸੇ ਲੈ ਕੇ ਉੱਥੇ ਸਾਰੇ ਕੰਮ ਹੁੰਦੇ ਆ। ਉਹੀ ਰੀਜ਼ਨ ਸੀ ਵੀ ਬਹੁਤ ਲੋਕੀ ਨੈਗੇਟਿਵ ਟੈਸਟ ਦਿਖਾ ਕੇ ਇੱਥੇ ਕੋਵਿਡ ਦਾ ਡੈਲਟਾ ਵੇਰੀਐਂਟ ਕੈਨੇਡਾ ਦੀ ਧਰਤੀ ਤੇ ਲੈ ਕੇ ਆਏ। ਸਾਡੇ ਕੋਲ ਰਿਸਰਚ ਹੈਗਾ ਇੱਥੇ ਵੈਂਕੂਵਰ ਔਰ ਓਨਟਾਰੀਓ ਦੇ ਵਿੱਚ। ਮੈਂ ਮਤਲਬ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦਾ, ਲੇਕਿਨ ਰਿਐਲਿਟੀ ਨੂੰ ਫੇਸ ਕਰਨਾ ਪੈਂਦਾ। ਹੁਣ ਤੁਸੀਂ ਕਹਿੰਦੇ ਵੀ ਇਨਡਾਇਰੈਕਟ ਫਲਾਈਟ ਆ, ਭਾਵੇਂ ਉਹ ਸਵਿਟਜ਼ਰਲੈਂਡ ਤੋਂ ਆ ਜਾਵੇ, ਦੋਹਾ ਕਾਤਰ ਤੋਂ ਆ ਜਾਵੇ, ਪਹਿਲੋਂ ਉਹਨਾਂ ਨੂੰ ਨੈਗੇਟਿਵ ਟੈਸਟ ਲੈ ਕੇ ਉੱਥੇ ਲੈਂਡ ਹੋ ਕੇ ਡਿਸਐਮਬਾਰਕ ਹੋਣਾ ਪੈਂਦਾ। ਉੱਥੋਂ ਫਿਰ ਉਹਨਾਂ ਨੂੰ ਟੈਸਟਿੰਗ ਕਰਵਾ ਕੇ ਫਿਰ ਚੜ੍ਹਨਾ ਪੈਂਦਾ, ਕਿਉਂਕਿ ਕੁਛ ਇੱਕ ਕੰਟਰੀ ਦੀ ਟੈਸਟਿੰਗ ਦੇ ਜਿਹੜੇ ਪੈਮਾਨੇ ਉਹ ਰਿਲਾਇਬਲ ਹੈਗੇ ਆ। ਇਸ ਲਈ ਇਹ ਸਿਚੁਏਸ਼ਨ ਬਣੀ ਆ, ਕਿਉਂਕਿ ਅਸੀਂ ਆਪਣੀ ਜਿਹੜੀ ਪ੍ਰੋਬਲਮ ਆਪ ਕ੍ਰੀਏਟ ਕੀਤੀ ਹੋਈ ਹੈ, ਨਹੀਂ ਤੇ ਉਸ ਤੋਂ ਪਹਿਲਾਂ ਬੰਦ ਤਾਂ ਕੁਛ ਨਾ ਸੀ ਜੀ। ਦੂਜੀ ਗੱਲ, ਜਿਹੜੀ ਅਮਰੀਕਾ ਤੋਂ ਵੀ ਫਲਾਈਟਾਂ ਆਉਂਦੀਆਂ, ਉਹ ਨੈਗੇਟਿਵ ਟੈਸਟ 72 ਘੰਟੇ ਪਹਿਲਾਂ ਤੁਹਾਡਾ ਹੋਣਾ ਚਾਹੀਦਾ। ਹੁਣ ਮੇਰੀ ਮਿਸਿਸ ਹੈ ਨਿਊਯਾਰਕ, ਮੇਰੀ ਬੇਟੀ ਦੀ ਗ੍ਰੈਜੂਏਸ਼ਨ ਸੀ ਗਏ, ਤੇ ਉਹਨਾਂ ਦੀ ਫਲਾਈਟ ਥੋੜੀ ਡਿਲੇ ਹੋ ਗਈ। ਉਹਨਾਂ ਦੇ ਜਿਹੜਾ ਟੈਸਟ ਟਾਈਮਿੰਗ ਹੈ 1 ਘੰਟਾ ਐਕਸਪਾਇਰ ਹੋ ਗਿਆ। ਉਹਨਾਂ ਨੂੰ ਇੱਕ ਰਾਤ ਸਿਆਟਲ ਰਹਿਣਾ ਪਿਆ, ਫਿਰ ਅਗਲੇ ਦਿਨ ਟੈਸਟਿੰਗ ਕਰਾ ਕੇ ਫਿਰ ਤੁਰਨਾ ਪਿਆ। ਦੇਖੋ ਇਹ ਜਿਹੜੇ ਬਾਇਲੋ ਸਟੈਂਡਰਡਸ ਵੈਸਟਰਨ ਵਰਲਡ ਦੇ ਬਣੇ ਆ, ਇਹ ਬਾਕਾਇਦਾ ਤੁਹਾਡੀ ਸੇਫਟੀ ਵਾਸਤੇ ਬਣੇ ਆ। G7 ਕੰਟਰੀਜ਼, ਜਿਹਦੇ ਵਿੱਚ ਅਮਰੀਕਾ, ਕੈਨੇਡਾ, ਕਾਫੀ ਯੂਰੋਪੀਅਨ ਕੰਟਰੀਜ਼ ਵੀ ਇਨਵੋਲਵਡ ਆ, ਆਪਸ ਦੇ ਵਿੱਚ ਟਰੈਵਲਿੰਗ ਕਰ ਰਹੇ ਆ, ਖੁੱਲੀ ਹੈ। ਬਹੁਤ ਲੋਕੀ ਜਾ ਰਹੇ, ਯੂਰਪ ਵੀ ਜਾ ਰਹੇ ਆ, ਅਮਰੀਕਾ ਵੀ ਜਾ ਰਹੇ ਆ, ਜਰਮਨੀ ਵੀ। ਲੇਕਿਨ ਉਹ ਨੈਗੇਟਿਵ ਟੈਸਟਿੰਗ ਹੈ, ਨਾਲੇ ਇਮਨਾਈਜੇਸ਼ਨ ਰੇਟ ਬਹੁਤ ਜ਼ਿਆਦਾ। ਹਿੰਦੁਸਤਾਨ ਦੀ ਵੀ ਵਾਰੀ ਆਊਗੀ, ਲੇਕਿਨ ਜਦ ਤੱਕ ਉੱਥੇ ਇਹ ਕੰਟਰੋਲ ਨਹੀਂ ਹੁੰਦਾ, ਮੇਰੇ ਖਿਆਲ ਨਾਲ ਇਹ ਗਾਂ ਐਕਸਟੈਂਡ ਹੁੰਦਾ ਜਾਊਗਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ। ਲੇਕਿਨ ਇੱਕ ਗੱਲ ਹੈ ਵੀ ਡਰਿਆ ਨਾ ਕਰੋ। ਇਹ ਸਾਰੀਆਂ ਚੀਜ਼ਾਂ ਨਾ ਹੁਣ ਕਲੋਜ਼ਰ 'ਤੇ ਆ ਰਹੀਆਂ। ਆਪਾਂ ਉਹ ਜਿਹੜਾ ਔਖਾ ਟਾਈਮ ਆ ਉਹ ਕੱਟ ਲਿਆ, ਸੁੱਖ ਦਾ ਟਾਈਮ ਆ ਰਿਹਾ। ਸੋ ਹਰ ਇੱਕ ਦਿਨ ਜਿਹੜਾ ਹੈਗਾ ਉਹਨੂੰ ਪੋਜ਼ੀਟਿਵ ਲੈ ਕੇ ਚੱਲਿਆ ਕਰੋ, ਔਰ ਅੱਛੇ ਦਿਨ ਬਿਲਕੁਲ ਅਸੀਂ ਤੁਹਾਡੀ ਬਾਂਹ ਫੜ ਕੇ ਖਲੋਤੇ ਰਵਾਂਗੇ। ਫਿਰ ਮਿਲਾਂਗੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਥੈਂਕ ਯੂ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਨਾਲ ਗੱਲਬਾਤ ਕੀਤੀ, ਬਹੁਤ ਚੰਗੀ ਤਰ੍ਹਾਂ ਉਹਨੇ ਸਾਨੂੰ ਸਮਝਾਇਆ ਕਿ ਅਸਲ 'ਚ ਸਮੱਸਿਆ ਕਿੱਥੇ ਹੈ। ਜੇ ਨਿਊਜ਼ੀਲੈਂਡ ਲੋਕਡਾਊਨ ਲਾ ਲਿਆ ਤਾਂ ਉਹਦੇ ਪਿੱਛੇ ਕੀ ਰੀਜ਼ਨ ਆ, ਸਾਡੇ ਕਿਉਂ ਲੋਕਡਾਊਨ ਨਹੀਂ ਲੱਗਣਾ, ਅਸੀਂ ਕਿਉਂ ਚੰਗੀ ਸਥਿਤੀ ਦੇ ਵਿੱਚ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।